ਜਦੋਂ ਵੀ ਅਸੀਂ ਬਾਗਬਾਨੀ ਦੇ ਵਿੱਚ ਬਾਗਬਾਨੀ ਦੇ ਕਿੱਤੇ ਨੂੰ ਅਪਣਾਉਣਾ, ਮਾਹਿਰਾਂ ਦੀ ਜਿਹੜੀ ਰਾਏ ਹੈ ਉਹ ਬਹੁਤ ਹੀ ਮਾਇਨਾ ਰੱਖਦੀ ਹੈ। ਪਰ ਇਹਦੇ ਵਿੱਚ ਜਦੋਂ ਵੀ ਅਸੀਂ ਮੰਡੀਕਰਨ ਦੇ ਬਾਰੇ ਗੱਲ ਕਰਦੇ ਹਾਂ ਕਿ ਮੰਡੀਕਰਨ ਕਿਵੇਂ ਕੀਤਾ ਜਾਵੇ, ਮੰਡੀਕਰਨ ਕਰਨ ਤੋਂ ਪਹਿਲਾਂ ਕੁਝ ਨੁਕਤੇ ਨੇ ਜਿਹੜੇ ਕਿ ਸਾਨੂੰ ਧਿਆਨ 'ਚ ਰੱਖਣੇ ਚਾਹੀਦੇ ਨੇ, ਜਿਵੇਂ ਕਿ ਨਾਖਾਂ ਦੀ ਤੁੜਾਈ ਔਰ ਨਾਖਾਂ ਦੀ ਤੁੜਾਈ ਦੇ ਨਾਲ ਨਾਲ ਉਹਨਾਂ ਦੀ ਗ੍ਰੇਡਿੰਗ। ਔਰ ਜਦੋਂ ਆਪਾਂ ਉਹਨਾਂ ਦੀ ਗ੍ਰੇਡਿੰਗ ਕਰਨੀ ਹੈ, ਖਾਸ ਧਿਆਨ ਰੱਖਣਾ ਕਿ ਅਸੀਂ ਜਿਹੜੀ ਫਲ ਨੂੰ ਤੋੜਿਆ ਹੈ ਕਿ ਉਹਦੀ ਗ੍ਰੇਡਿੰਗ ਅਸੀਂ ਵਧੀਆ ਢੰਗ ਨਾਲ ਕਰੀਏ ਔਰ ਗ੍ਰੇਡਿੰਗ ਤੋਂ ਬਾਅਦ ਜਿਹੜੀ ਉਹਦੀ ਪੈਕਿੰਗ ਆ ਉਹ ਵੀ ਇਸ ਤਰ੍ਹਾਂ ਨਾਲ ਕਰੀਏ ਕਿ ਗ੍ਰਾਹਕ ਤੱਕ ਪਹੁੰਚ 'ਤੇ ਜਿਹੜਾ ਸਾਨੂੰ ਉਹਦਾ ਵਾਜਬ ਮੁੱਲ ਉਹ ਮਿਲੇ। ਇਹਦੇ ਬਾਰੇ ਅਲੱਗ-ਅਲੱਗ ਟ੍ਰੇਨਿੰਗਸ ਜਿਹੜੀਆਂ ਬਾਗਬਾਨੀ ਵਿਭਾਗ ਦੇ ਵੱਲੋਂ ਪੈਕਿੰਗ ਦੇ ਸੰਬੰਧੀ, ਗ੍ਰੇਡਿੰਗ ਦੇ ਸੰਬੰਧੀ ਸਮੇਂ-ਸਮੇਂ 'ਤੇ ਦਿੱਤੀਆਂ ਜਾਂਦੀਆਂ ਔਰ ਬਹੁਤ ਸਾਰੇ ਕਿਸਾਨ ਵੀਰ ਇਹਨਾਂ ਟ੍ਰੇਨਿੰਗ ਦਾ ਫਾਇਦਾ ਲੈ ਕੇ ਜਿਹੜੀ ਆਪਣੇ ਬਾਗਬਾਨੀ ਦੇ ਕਿੱਤੇ ਨੂੰ ਹੋਰ ਜਿਹੜਾ ਵਾਧਾ ਕਰ ਰਹੇ ਨੇ। ਅੱਜ ਇਸ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਜੇ ਨਾਸ਼ਪਾਤੀ ਦੇ ਬਾਗ, ਜਿਹਦੇ ਵਿੱਚ ਜਿੱਥੇ ਨਾਸ਼ਪਾਤੀ ਲੱਗੀ ਤੁਹਾਨੂੰ ਵਧੀਆ ਨਜ਼ਰ ਆ ਰਹੀ ਹੈ। ਇਸ ਪਿੱਛੇ ਜਿਹੜੀ ਕੀਤੀ ਕਿਸਾਨ ਦੀ ਅਣਥੱਕ ਮਿਹਨਤ ਉਹ ਵੀ ਨਾਲ ਉਹਦਾ ਸਹਿਯੋਗ ਦੇ ਰਹੀ ਹੈ। ਨਾਸ਼ਪਾਤੀ ਦਾ ਜਿਹੜਾ ਜੁਲਾਈ ਦਾ ਮਹੀਨਾ ਵਾ, ਇਸ ਮਹੀਨੇ ਦੇ ਦੌਰਾਨ ਨਾਸ਼ਪਾਤੀ ਫਸਲ ਦੀ ਤੁੜਾਈ ਦਾ ਸੀਜ਼ਨ ਹੁੰਦਾ ਹੈ ਅਤੇ ਇਸ ਸੀਜ਼ਨ ਦੇ ਵਿੱਚ ਬਹੁਤ ਹੀ ਜਿਹੜੇ ਨੁਕਤੇ ਦੇ ਨਾਲ ਆਪਾਂ ਨੂੰ ਕੰਮ ਕਰਨੇ ਤਰਤੀਬ ਵਾਈਜ਼ ਜ਼ਰੂਰੀ ਹੁੰਦੇ ਹਨ। ਨਾਸ਼ਪਾਤੀ ਦੀ ਤੁੜਾਈ ਜਿਹੜੀ ਆ ਉਹ 145 ਦਿਨ ਬਾਅਦ ਹੁੰਦੀ ਹੈ। ਜਦੋਂ ਇਸ ਨੂੰ ਫਲ ਆ ਜਾਂਦਾ ਹੈ, ਫੁੱਲ ਤੋਂ ਬਾਅਦ 145 ਦਿਨ ਲੱਗਦੇ ਆ ਇਸ ਫਲ ਨੂੰ ਉਸ ਬੂਟੇ ਦੇ ਉੱਤੇ। ਜਦੋਂ ਨਾਸ਼ਪਾਤੀ ਦਾ ਫਲ ਤੋੜਨ ਦਾ ਸਹੀ ਸਮਾਂ ਇਹਦਾ ਡਿਟੈਕਟ ਕੀਤਾ ਜਾਂਦਾ ਵਾ, ਉਹ ਹੁੰਦਾ ਜੀ 18 ਪ੍ਰੈਸ਼ਰ ਗੇਜ ਅਤੇ LBS ਜਦੋਂ ਇੱਥੇ ਪਾਏ ਜਾਂਦੇ ਆ ਤਾਂ ਫਿਰ ਉਹਨੂੰ ਤੁੜਾਈ ਦਾ ਸਹੀ ਮੰਨਿਆ ਜਾਂਦਾ ਵਾ। ਸਹੀ ਤੁੜਾਈ ਦਾ ਤਰੀਕਾ ਇਹ ਹੁੰਦਾ ਕਿ ਵੱਡਾ ਫਲ ਜਿਹੜਾ ਕਿ ਭਾਰਾ ਫਲ ਹੋ ਜਾਂਦਾ ਵਾ ਉਹਨੂੰ ਪਹਿਲਾਂ ਤੋੜ ਲਿਆ ਜਾਵੇ ਅਤੇ ਜਿਹੜੇ ਛੋਟੇ ਫਲ ਆ ਉਹਨਾਂ ਨੂੰ ਵਧਣ ਫੁੱਲਣ ਦਾ ਵੱਧ ਮੌਕਾ ਮਿਲ ਜਾਂਦਾ ਅਤੇ ਉਹਨੂੰ ਆਪਣੀ ਡਿਵੈਲਪਮੈਂਟ ਲਈ ਇੱਕ ਟਾਈਮ ਵੀ ਮਿਲ ਜਾਂਦਾ ਵਾ। ਨਾਸ਼ਪਾਤੀ ਨੂੰ ਤੋੜਦਿਆਂ ਸਮੇਂ ਦੋ ਗੱਲਾਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿ ਨਾਸ਼ਪਾਤੀ ਕਿਉਂਕਿ ਫਸਲ ਉੱਚੇ ਰੁੱਖ ਦੀ ਹੈ, ਇਹਨੂੰ ਉੱਚਾ ਤੁੜਾਈ ਉੱਚੇ ਥਾਂ ਤੋਂ ਤੋੜਨਾ ਹੁੰਦਾ ਵਾ, ਇਸ ਕਰਕੇ ਪੌੜੀਆਂ ਲਾ ਕੇ ਤੋੜਿਆ ਜਾਵੇ। ਡਿਪਾਰਟਮੈਂਟ ਆਫ ਹਾਰਟੀਕਲਚਰ ਵੱਲੋਂ, ICR ਵੱਲੋਂ ਅਤੇ ਕਿਸਾਨਾਂ ਵੱਲੋਂ ਨਾਸ਼ਪਾਤੀ ਤੁੜਾਈ ਕਰਨ ਵਾਸਤੇ ਜਿਹੜੇ 3 ਪੈਰਾਂ ਵਾਲੀ ਪੌੜੀ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਉਸ ਪੌੜੀ ਦੀ ਮਦਦ ਦੇ ਨਾਲ ਜਿਹੜੀ ਹੈਗੀ ਆ ਤੁੜਾਈ ਕੀਤੀ ਜਾਣੀ ਜ਼ਰੂਰੀ ਬਣਾਈ ਜਾਵੇ। ਨਾਸ਼ਪਾਤੀ ਨੂੰ ਤੋੜਨ ਸਮੇਂ ਇਸ ਦੇ ਫਲ ਨੂੰ ਧੂ ਕੇ ਤੋੜਨਾ ਨਹੀਂ ਚਾਹੀਦਾ। ਜੇਕਰ ਜਦੋਂ ਅਸੀਂ ਇਸ ਫਸਲ ਦੇ ਫਲ ਨੂੰ ਧੂ ਕੇ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਇੱਕ ਬਹੁਤ ਵੱਡਾ ਨੁਕਸਾਨ ਕਰਦੇ ਹਾਂ। ਉਹ ਨੁਕਸਾਨ ਇਹ ਹੁੰਦਾ ਵਾ ਕਿ ਜਿਹੜੀ ਅਗਲੇ ਸਾਲ ਆਉਣ ਵਾਲੀ ਫਸਲ ਹੁੰਦੀ ਆ ਸਾਡੀ, ਉਹ ਸਪਰ ਜਿਹੜੇ ਆ ਉਹ ਟੁੱਟ ਜਾਂਦੇ ਆ ਅਤੇ ਜਿਹਦੇ ਨਾਲ ਸਾਡੀ ਅਗਲੇ ਆਉਣ ਵਾਲੀ ਫਸਲ ਦੇ ਉੱਤੇ ਵੀ ਭਾਰੀ ਨੁਕਸਾਨ ਹੁੰਦਾ ਵਾ, ਜਿਸ ਨਾਲ ਝਾੜ ਘੱਟ ਜਾਂਦਾ ਅਤੇ ਬੂਟਾ ਵੀ ਖਰਾਬ ਹੁੰਦਾ ਵਾ। ਜਦੋਂ ਫਲ ਨੂੰ ਤੋੜਨਾ ਵਾ ਅਤੇ ਪੱਲੀਆਂ ਦੇ ਵਿੱਚ ਤੋੜਿਆ ਜਾਵੇ। ਅੱਛੀ ਗੱਲ ਹੈ ਕਿ ਜੇਕਰ ਉਹ ਕਾਟਨ ਦੀਆਂ ਜਾਂ ਸੌਫਟ ਕਿਸੇ ਕੱਪੜੇ ਦੀਆਂ ਹੋਣ ਤਾਂ ਉਹਦੇ ਉੱਤੇ ਫਲ ਨੂੰ ਤੋੜ ਕੇ ਜਦੋਂ ਤੁਸੀਂ ਉਹਨੂੰ ਪਾਓਗੇ ਆਪਣੀ ਝੋਲੀ ਦੇ ਵਿੱਚ ਅਤੇ ਫਲ ਦੇ ਉੱਤੇ ਬਰਾਊਸਿੰਗ, ਉਹਦੇ 'ਤੇ ਸਕ੍ਰੈਚਿਸ ਨਹੀਂ ਆਉਂਦੇ, ਜਿਹਦੇ ਨਾਲ ਉਹਦੀ ਜਿਹੜੀ ਹੈਗੀ ਤੁੜਾਈ ਉਪਰੰਤ ਜਿਹੜੀ ਉਮਰ ਆ ਉਹਦੇ 'ਚ ਵਾਧਾ ਬਣਿਆ ਰਹਿੰਦਾ ਵਾ। ਨਾਸ਼ਪਾਤੀ ਨੂੰ ਤੋੜ ਦੇ ਕੇ ਸਭ ਤੋਂ ਜ਼ਰੂਰੀ ਇਹ ਧਿਆਨ ਰੱਖਣਾ ਹੈ ਕਿ ਕਿਉਂਕਿ ਇਹ ਗਰਮੀਆਂ ਦੇ ਵਿੱਚ ਫਸਲ ਹੈ, ਤੁੜਾਈ ਵੀ ਇਹਦੀ ਗਰਮੀਆਂ ਦੇ ਵਿੱਚ ਹੈ ਅਤੇ ਸੰਭਾਵਕ ਹੈ ਕਿ ਇਹਦੀ ਫੀਲਡ ਹੀਟ ਜਿਹੜੀ ਹੁੰਦੀ ਆ ਖੇਤ ਦੇ ਵਿੱਚ ਉਹ ਬਹੁਤ ਜ਼ਿਆਦਾ ਹੁੰਦੀ ਆ। ਜਦੋਂ ਨਾਸ਼ਪਾਤੀ ਫਸਲ ਨੂੰ ਤੋੜਨਾ ਵਾ ਅਤੇ ਇਹਦੇ ਫਲ ਨੂੰ ਤੋੜ ਕੇ ਜਲਦ ਤੋਂ ਜਲਦ ਇਸ ਨੂੰ ਤੁਰੰਤ ਠੰਡੇ ਕਰਨ ਦੀ ਜ਼ਰੂਰਤ ਹੁੰਦੀ ਆ। ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਣ ਇਸ ਫਸਲ ਨੂੰ ਤੋੜ ਕੇ ਜਲਦ ਤੋਂ ਜਲਦ ਇੱਕ ਐਸੇ ਛੋਟੇ ਢੇਰ ਬਣਾਏ ਜਾਣ ਛਾਂ ਦੇ ਵਿੱਚ, ਤਾਂ ਜੋ ਕਿ ਇਸ ਫਸਲ ਦੇ ਵਿੱਚ ਜਿਹੜਾ ਹੁੰਦਾ ਵਾ ਰੈਸਪੀਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਆ ਅਤੇ ਉਸ ਨੂੰ ਧੀਮਾ ਕੀਤਾ ਜਾ ਸਕੇ। ਮੇਰੇ ਕੋਲ ਕਰੀਬ 20 ਏਕੜ ਨਾਸ਼ਪਾਤੀ ਦਾ ਬਾਗ ਆ ਜਿਹੜਾ ਉਹ ਪੂਰਾ ਤਿਆਰ ਹੈ। ਇਸ ਟਾਈਮ 'ਤੇ ਮਤਲਬ ਪੂਰਾ ਭਰਪੂਰ ਸੀਜ਼ਨ ਚੱਲ ਰਿਹਾ, ਪੂਰੇ ਜ਼ੋਰਾਂ ਸ਼ੋਰਾਂ ਨਾਲ ਤੜਾਈ ਚੱਲ ਰਹੀ ਹੈ ਅਤੇ ਇਸ ਵਾਰ ਫਰੂਟ ਵੀ ਜਿਹੜਾ ਮਤਲਬ ਵਧੀਆ ਆਇਆ ਔਰ ਸਾਂਭ ਸੰਭਾਲ ਦਾ ਮੁੱਲ ਵੀ ਵਧੀਆ ਮਿਲਿਆ। ਬਹੁਤ ਵਧੀਆ ਫਰੂਟ ਦੀ ਕੁਆਲਿਟੀ ਤਿਆਰ ਹੋਈ ਆ ਔਰ ਦਿੱਲੀ, ਬੰਬੇ, ਕਲਕੱਤੇ ਦੀਆਂ ਮੰਡੀਆਂ ਵਿੱਚ ਅਸੀਂ ਸਪਲਾਈ ਕਰ ਰਹੇ ਹਾਂ। ਅਸੀਂ ਕਰੀਬ ਮਤਲਬ 1 ਜੁਲਾਈ ਤੋਂ ਸਟਾਰਟ ਕੀਤਾ ਸੀਗਾ। ਵੈਸੇ ਕੀਤਾ ਤਾਂ ਉਹਦੇ ਤੋਂ ਵੀ ਪਹਿਲੋਂ ਦੀ ਜਿਹੜਾ ਮਤਲਬ ਚੁਣਵੇਂ ਫਲ ਅਸੀਂ ਤੋੜਨੇ ਸ਼ੁਰੂ ਕੀਤੇ ਸੀਗੇ, ਪਰ ਮਤਲਬ ਜ਼ਿਆਦਾ ਮਿਕਦਾਰ ਦੇ ਵਿੱਚ ਜਿਹੜਾ ਉਹ 1 ਜੁਲਾਈ ਤੋਂ ਸਟਾਰਟ ਹੋਇਆ। ਇਸ ਟਾਈਮ 'ਤੇ ਪੂਰਾ ਮਤਲਬ ਜਿਹੜੀ ਆ ਭਰਪੂਰ ਤੜਾਈ ਚੱਲ ਰਹੀ ਆ ਔਰ ਮੰਡੀਆਂ ਦੇ ਵਿੱਚ ਸਪਲਾਈ ਕਰ ਰਹੇ ਹਾਂ। ਔਰ ਇਹਦੇ ਵਿੱਚ ਮੈਂ ਇੱਕ ਦੱਸਣਾ ਚਾਹੂੰਗਾ ਕਿ ਮੈਂ
ਥੋੜ੍ਹੀ ਜਿਹੀ ਇੱਕ ਇਨੋਵੇਸ਼ਨ ਕੀਤੀ ਸੀਗੀ ਪੌੜੀ ਦੀ। ਲੋਕੀ ਆਮ ਰਵਾਇਤੀ ਤਰੀਕਿਆਂ ਨਾਲ ਲੱਕੜ ਦੀਆਂ ਪੌੜੀਆਂ ਨਾਲ ਤੋੜਦੇ ਨੇ, ਤੇ ਮੈਂ ਇੱਕ ਫੋਰਨ ਟੂਰ ਤੇ ਗਿਆ ਸੀਗਾ, ਉੱਥੇ ਮੈਂ ਥੋੜ੍ਹਾ ਦੇਖਿਆ ਕਿ ਉਹ ਮਤਲਬ ਸਟੈਂਡ ਵਾਲੀ ਪੌੜੀ ਨਾਲ ਤੁੜਾਈ ਕਰਦੇ ਆ। ਮੈਂ ਉੱਥੇ ਉਸ ਚੀਜ਼ ਦੀ ਆ ਕੇ ਇੱਧਰ ਆ ਕੇ ਆਪਣੇ ਦਿਮਾਗ ਨਾਲ ਥੋੜ੍ਹਾ ਮਤਲਬ ਲਾਈਟ ਵੇਟ ਦੇ ਵਿੱਚ ਲੋਹੇ ਦੀ ਪੌੜੀ ਤਿਆਰ ਕਰਵਾਈ। ਉਸ ਦਾ ਸਟੈਂਡ ਲੱਗ ਜਾਂਦਾ, ਬਹੁਤ ਵਧੀਆ ਤੁੜਾਈ ਹੁੰਦੀ ਆ। ਜਿਹੜੀ ਲੱਕੜ ਦੀ ਪੌੜੀ ਆਪਾਂ ਨੂੰ ਮਤਲਬ ਬੂਟੇ ਦੇ ਨਾਲ ਲਾਉਣੀ ਪੈਂਦੀ ਸੀ, ਉਸ ਦੇ ਨਾਲ ਸਪਰ ਜਿਹੜੇ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ। ਅਗਲੀ ਵਾਰ ਉਹਦਾ ਝਾੜ 'ਤੇ ਬਹੁਤ ਅਸਰ ਪੈਂਦਾ, ਤੇ ਮੈਂ ਕਰੀਬ 4-5 ਸਾਲ ਤੋਂ ਇਹ ਪੌੜੀ ਯੂਜ਼ ਕਰ ਰਿਹਾ। ਜਿਹੜਾ ਸਪਰ ਹੈ ਨਾਸ਼ਪਾਤੀ ਦੇ ਵਿੱਚ ਇੱਕ ਮਤਲਬ ਮੇਨ ਇਹ ਗੱਲ ਆ ਕਿ ਜਦੋਂ ਆਪਾਂ ਸਪਰ ਟੁੱਟ ਜਾਂਦਾ ਤੇ ਸਪਰ ਦੀ ਜਿਹੜੀ ਆ ਨਾ 3 ਸਾਲ ਲੱਗ ਜਾਂਦੇ ਆ ਉਸ ਚੀਜ਼ ਨੂੰ ਨਵੇਂ ਸਿਰੇ ਤੋਂ ਤਿਆਰ ਹੋਣ ਵਾਸਤੇ। ਜਿਹੜੀਆਂ ਨਵੀਆਂ ਟਾਹਣੀਆਂ ਫੁੱਟਦੀਆਂ ਉਹਨਾਂ ਦੇ ਵਿੱਚ ਮਤਲਬ ਇੱਕਦਮ ਫਲ ਨਹੀਂ ਆਉਂਦਾ, ਉਹਨਾਂ ਨੂੰ 3 ਸਾਲ ਬਾਅਦ ਸਪਰ ਤਿਆਰ ਹੋ ਕੇ ਫਿਰ ਫਰੂਟ ਲੱਗਦਾ। ਇਸ ਕਰਕੇ ਮੇਰੇ ਸਪਰ ਦੀ ਗਿਣਤੀ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਆ, ਤੇ ਉਹ ਫਰੂਟ ਦੀ ਕੁਆਲਿਟੀ ਔਰ ਮਤਲਬ ਉਹਦੀ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਅਸਰ ਪਿਆ ਉਹਦਾ, ਤੇ ਉਹਦਾ ਮੈਨੂੰ ਬੜਾ ਵਧੀਆ ਮਤਲਬ ਹੁਲਾਰਾ ਮਿਲਿਆ। ਔਰ ਮੇਰੇ ਹੋਰ ਵੀ ਸੱਜਣਾ ਮਿੱਤਰਾਂ ਨੇ ਮੇਰੇ ਵੱਲ ਵੇਖ ਕੇ ਤੇ ਉਹ ਪੌੜੀਆਂ ਤਿਆਰ ਕਰਵਾਈਆਂ ਤੇ ਉਹਦਾ ਲਾਹਾ ਲੈ ਰਹੇ। ਜਦੋਂ ਫਰੂਟ ਆ ਜਿਹੜਾ ਉਹ ਕਰੀਬ ਨਿੰਬੂ ਕੁ ਜਿੱਡਾ ਹੋ ਜਾਂਦਾ, ਉਦੋਂ ਅਸੀਂ ਜਿਹੜੀਆਂ ਟਾਹਣੀਆਂ ਸਾਨੂੰ ਲੱਗਦਾ ਕਿ ਫਰੂਟ ਜ਼ਿਆਦਾ, ਉਹਦੇ ਥੱਲੇ ਸਾਨੂੰ ਸਪੋਰਟਾਂ ਦੇਣੀਆਂ ਪੈਂਦੀਆਂ। ਉਹ ਬਾਂਸ ਦੇ ਉੱਤੇ ਗੁੱਲੀ ਬੰਨ੍ਹ ਕੇ, ਅਜੇ ਫਿਲਹਾਲ ਤੇ ਅਸੀਂ ਰਵਾਇਤੀ ਤਰੀਕੇ ਨਾਲ ਹੀ ਦੇ ਰਹੇ ਹਾਂ, ਪਰ ਇਹਦੇ ਤੇ ਵੀ ਸਾਡੇ ਟਰਾਇਲ ਚੱਲ ਰਹੇ ਆ ਕਿ ਅਸੀਂ ਥੋੜ੍ਹੀ ਜਿਹੀ ਇਹਦੇ ਵਿੱਚ ਸੋਧ ਕਰੀਏ ਕਿ ਮਤਲਬ ਕੁਝ ਥੋੜ੍ਹਾ ਇਹਦੇ ਵਿੱਚ ਵੀ ਨਵਾਂਪਨ ਆਵੇ। ਤੇ ਉਹ ਜਿਹੜੀ ਆ ਮਤਲਬ ਜਿਉਂ-ਜਿਉਂ ਭਾਰਾ ਹੁੰਦਾ ਜਾਂਦਾ ਤੇ ਬਾਗ ਦੇ ਵਿੱਚ ਫਿਰ ਪਤਾ ਲੱਗਦਾ ਜਾਂਦਾ ਕਿ ਜਿਹੜੀ ਟਾਹਣੀ ਨੂੰ ਸਪੋਰਟ ਦੀ ਲੋੜ ਹੁੰਦੀ ਆ, ਟੁੱਟ ਸਕਦੀ ਆ, ਉਹਦੇ ਥੱਲੇ ਫਿਰ ਅਸੀਂ ਇਹਦਾ ਮਤਲਬ ਸਪੋਰਟਾਂ ਦੇ ਕੇ ਤੇ ਉਹਨੂੰ ਬੂਟੇ ਨੂੰ ਬਚਾਉਣਾ ਸ਼ੁਰੂ ਕਰਦੇ ਹਾਂ। ਔਰ ਕੋਸ਼ਿਸ਼ ਇਹ ਵੀ ਹੁੰਦੀ ਆ ਕਿ ਪ੍ਰੂਨਿੰਗ ਜ਼ਿਆਦਾ ਕੀਤੀ ਜਾਵੇ ਤੇ ਉਹਦੇ ਨਾਲ ਸਪੋਰਟਾਂ ਦੀ ਗਿਣਤੀ ਘਟੇ, ਵੀ ਫਰੂਟ ਆ ਜਿਹੜਾ ਬੂਟਾ ਆਪਣੇ ਆਪ ਹੀ ਆਪਣੀਆਂ ਟਾਹਣੀਆਂ 'ਤੇ ਚੱਲ ਸਕੇ। ਜਿਹੜਾ ਫਰੂਟ ਮਤਲਬ ਇਹ ਥੱਲੇ ਕਿਰਨ ਆਪਾਂ ਤੁਹਾਨੂੰ ਕਿਰਿਆ ਨਜ਼ਰ ਆ ਰਿਹਾ, ਇਹ ਨਾ ਜ਼ਿਆਦਾ ਮੈਂ ਕਾਰਨ ਸਮਝਦਾ ਕਿ ਬਰਸਾਤ ਆ ਨਾ ਜਿਹੜੀ ਉਹ ਜ਼ਿਆਦਾ ਹੋ ਗਈ ਆ, ਤੇ ਉਹਦੇ ਨਾਲ ਸਿੱਲ ਬਹੁਤ ਜਿਹੜੀ ਨਮੀ ਬਹੁਤ ਜ਼ਿਆਦਾ ਹੋ ਗਈ ਮਿੱਟੀ ਦੇ ਵਿੱਚ, ਤੇ ਬੂਟੇ ਦੇ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਜਿਹੜੀ ਉਹ ਮਤਲਬ ਥੋੜ੍ਹੀ ਫੰਗਸ ਦੀ ਵੀ ਪ੍ਰੋਬਲਮ ਆਉਂਦੀ ਆ। ਵੈਸੇ ਤਾਂ ਅਸੀਂ ਫੰਗੀਸਾਈਡ ਯੂਜ਼ ਕਰਦੇ ਹਾਂ ਕਾਫੀ, ਬੂਟਾ ਪੂਰਾ ਤੰਦਰੁਸਤ ਆ, ਪਰ ਫਿਰ ਵੀ ਮਤਲਬ ਜ਼ਿਆਦਾ ਨਮੀ ਹੋਣ ਦੇ ਕਾਰਨ ਜਿਹੜਾ ਫਰੂਟ ਟਾਈਮ ਨਾਲ ਪੱਕ ਕੇ ਤੇ ਉਹ ਡਿੱਗਣਾ ਸਟਾਰਟ ਹੋ ਜਾਂਦਾ। ਇਹਦੇ ਬਾਰੇ ਅਲੱਗ-ਅਲੱਗ ਟ੍ਰੇਨਿੰਗਸ ਜਿਹੜੀਆਂ ਬਾਗਬਾਨੀ ਵਿਭਾਗ ਦੇ ਵੱਲੋਂ ਪੈਕਿੰਗ ਦੇ ਸੰਬੰਧੀ, ਗ੍ਰੇਡਿੰਗ ਦੇ ਸੰਬੰਧੀ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ, ਔਰ ਬਹੁਤ ਸਾਰੇ ਕਿਸਾਨ ਵੀਰ ਇਹਨਾਂ ਟ੍ਰੇਨਿੰਗ ਦਾ ਫਾਇਦਾ ਲੈ ਕੇ ਜਿਹੜੀ ਆਪਣੇ ਬਾਗਬਾਨੀ ਦੇ ਕਿੱਤੇ ਨੂੰ ਹੋਰ ਜਿਹੜਾ ਵਾਧਾ ਕਰ ਰਹੇ ਨੇ। ਇਸ ਤੋਂ ਇਲਾਵਾ ਮਾਹਿਰਾਂ ਦੇ ਵੱਲੋਂ ਅਕਸਰ ਜਿਹੜੇ ਜਦੋਂ ਵੀ ਅਸੀਂ ਤੁੜਾਈ ਕਰਦੇ ਹਾਂ ਨਾਖਾਂ ਦੀ, ਕਿ ਜਿਹੜਾ ਪੌਦਾ ਆ ਤੁੜਾਈ ਅਸੀਂ ਇਸ ਹਿਸਾਬ ਨਾਲ ਕਰਨੀ ਕਿ ਜਿਹੜਾ ਸਾਡਾ ਪੌਦਾ ਆ ਉਹਨੂੰ ਕੋਈ ਵੀ ਨੁਕਸਾਨ ਨਾ ਹੋਵੇ, ਔਰ ਉਹਦੇ ਵਾਸਤੇ ਬਕਾਇਦਾ ਜਿਹੜੇ ਬਾਗਬਾਨੀ ਵਿਭਾਗ ਦੇ ਵੱਲੋਂ ਕਈ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਹੈ ਉਹ ਵੀ ਉਪਲਬਧ ਕਰਵਾਈ ਜਾ ਰਹੀ ਹੈ। ਤੁੜਾਈ ਤੋਂ ਬਾਅਦ ਸਾਡਾ ਸਭ ਤੋਂ ਅਹਿਮ, ਜਦੋਂ ਆਪਾਂ ਉਹਨੂੰ ਪ੍ਰੀ ਕੂਲਿੰਗ ਦੇ ਲਈ, ਉਸ ਤੋਂ ਬਾਅਦ ਸਾਡਾ ਅਹਿਮ ਕਾਰਜ ਬਣਦਾ ਜੀ ਗ੍ਰੇਡਿੰਗ ਕਰਨਾ। ਗ੍ਰੇਡਿੰਗ ਇੱਕ ਐਸਾ ਵਿਸ਼ਾ ਵਾ ਜਿਹਦੇ ਬਾਰੇ ਅਸੀਂ ਹਜੇ ਬਹੁਤ ਦੂਰ ਹਾਂ। ਅਸੀਂ ਆਪਣੀ ਫਸਲ ਨੂੰ ਤੋੜਦੇ ਹਾਂ ਫਟਾਫਟ ਆਪਣੀ ਮਾਰਕੀਟ ਦੇ ਵਿੱਚ ਭੇਜਣ ਦੀ ਕਾਹਲੀ ਦੇ ਵਿੱਚ ਕਿ ਮੈਂ ਆਪਣੀ ਤੁੜਾਈ ਕਰਕੇ ਜਲਦ ਤੋਂ ਜਲਦ ਫ੍ਰੀ ਹੋਵਾਂ ਤੇ ਮੈਂ ਆਪਣੇ ਹੋਰ ਕੰਮਾਂ ਵਾਸਤੇ ਟਾਈਮ ਕੱਢ ਸਕਾਂ। ਪਰ ਕਿਸਾਨ ਵੀਰੋ, ਜਿਹੜੀ ਫਸਲ ਨੂੰ ਅਸੀਂ ਇੰਨੇ ਦਿਨ 145 ਦਿਨ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਨਾਖ ਤੇ ਪੱਥਰ ਨਾਖ ਨੂੰ 145 ਦਿਨ ਲੱਗਦੇ ਆ, ਪੰਜਾਬ ਬਿਊਟੀ ਨੂੰ ਜਾਂ ਬੱਗੂ ਗੋਸ਼ਾ ਜਿਹੜੀਆਂ ਵੀ ਆ ਉਹਨਾਂ ਨੂੰ 135 ਤੋਂ 140 ਦਿਨ ਲੱਗਦੇ ਆ ਤੁੜਾਈ ਦਾ। ਜਦੋਂ ਆਪਾਂ ਇੰਨਾ ਲੰਮਾ ਸਮਾਂ ਤੁੜਾਈ ਵਾਸਤੇ ਵੇਟ ਕਰਦੇ ਹਾਂ ਤੇ ਤੁੜਾਈ ਤੋਂ ਬਾਅਦ ਸਾਨੂੰ ਇਹਨੂੰ ਸਾਂਭਣ ਵਾਸਤੇ ਵੀ ਇੱਕ ਸਮਾਂ ਕੱਢਣਾ ਜ਼ਰੂਰੀ ਹੁੰਦਾ ਵਾ। ਗ੍ਰੇਡਿੰਗ ਦੇ ਵਿੱਚ ਬਹੁਤ ਹੀ ਜ਼ਰੂਰੀ ਗੱਲਾਂ ਧਿਆਨ ਵਾਲੀਆਂ ਇਹ ਨੇ ਕਿ ਸਾਨੂੰ ਗ੍ਰੇਡ 3 ਪ੍ਰਕਾਰ ਦੇ ਫਲ ਦੇ ਕਰਨੇ ਹੁੰਦੇ ਆ, ਜਿਹਦੇ ਵਿੱਚ ਸਾਈਜ਼ ਦੇ ਅਕੋਰਡਿੰਗ ਇਹ ਗ੍ਰੇਡ ਕੀਤੇ ਜਾਂਦੇ ਆ। ਵੱਡਾ ਗ੍ਰੇਡ, ਦਰਮਿਆਨਾ ਤੇ ਛੋਟਾ। ਜਿਹੜਾ ਵੱਡਾ ਗ੍ਰੇਡ ਆ ਉਹ ਸਾਡਾ ਆਮ ਖੁੱਲ੍ਹੀ ਮੰਡੀਆਂ ਦੇ ਵਿੱਚ, ਲੋਕਲ ਮੰਡੀਆਂ ਦੇ ਵਿੱਚ ਵਿਕ ਜਾਂਦਾ ਵਾ, ਪਰ ਦੂਰ ਦੀਆਂ ਮੰਡੀਆਂ ਦੇ ਵਿੱਚ ਜਿਵੇਂ ਕਿ ਬਹੁਤੀ ਨਾਸ਼ਪਾਤੀ ਸਾਡੀ ਕਲਕੱਤੇ ਜਾਂ ਦਿੱਲੀ ਦੇ ਵਿੱਚ ਜਾਂਦੀ ਆ, ਤੇ ਉੱਥੇ ਜਿਹੜੀ ਪਸੰਦ ਕੀਤੀ ਜਾਣ ਵਾਲੀ ਗ੍ਰੇਡ ਆ ਉਹ ਦਰਮਿਆਨਾ ਗ੍ਰੇਡ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ, ਜਿਹਦੇ ਸਾਨੂੰ ਕਿਸਾਨਾਂ ਨੂੰ ਵੱਧ ਆਮਦਨ ਹੁੰਦੀ ਆ। ਫਿਰ ਇਸ ਤੋਂ ਬਾਅਦ ਅਸੀਂ ਇਸ ਨੂੰ ਪੈਕਿੰਗ ਕਰਨਾ। ਪੈਕਿੰਗ ਦੇ ਵਿੱਚ ਅਸੀਂ 3 ਤਰ੍ਹਾਂ ਦੀਆਂ ਪੈਕਿੰਗ ਕਰ ਸਕਦੇ ਹਾਂ, 2 ਕਿਲੋ ਦੀ, 5 ਕਿਲੋ ਦੀ, 10 ਕਿਲੋ ਦੀ, ਜਿਹੜੀ ਕਿ ਆਪਾਂ ਗੱਤੇ ਦੇ ਵਿੱਚ CFC ਬਾਕਸ, ਜਿਹਨਾਂ ਨੂੰ ਕਟਨ ਕਹਿੰਦੇ, ਬਾਕਸਿਸ ਕਹਿੰਦੇ ਆ, ਉਹਨਾਂ ਦੇ ਵਿੱਚ ਅਸੀਂ ਇਸ ਨੂੰ ਪੈਕ ਕਰ ਸਕਦੇ ਹਾਂ।
ਪੈਕਿੰਗ ਦੇ ਵਿੱਚ 3 ਪਲਾਈ ਗੱਤਾ ਵਰਤਿਆ ਜਾ ਸਕਦਾ ਵਾ, ਛੋਟੀ ਪੈਕਿੰਗ ਵਾਸਤੇ 2 ਤੇ 5 ਵਾਸਤੇ ਕਿਲੋ, ਤੇ 10 ਕਿਲੋ ਦੀ ਪੈਕਿੰਗ ਵਾਸਤੇ ਸਾਨੂੰ 5 ਪਲਾਈ ਗੱਤਾ ਜ਼ਰੂਰੀ ਹੁੰਦਾ, ਕਿਉਂਕਿ ਉਹਦਾ ਭਾਰ ਵਧਣ ਕਰਕੇ ਸਾਨੂੰ ਦੂਰ ਦੀਆਂ ਮੰਡੀਆਂ ਦੀ ਢੋਆ ਢੁਆਈ ਦੇ ਵਿੱਚ ਜਿਹਦੇ ਨਾਲ ਸਾਡੀ ਫਸਲ ਦਾ ਨੁਕਸਾਨ ਤੇ ਪੈਕਿੰਗ ਡੱਬੇ ਦਾ ਨੁਕਸਾਨ ਨਾ ਹੋਵੇ, ਉਹਦੀ ਦਿੱਖ ਬਰਕਰਾਰ ਬਣੀ ਰਹੇਗੀ ਤਾਂ ਜੋ ਕਿ ਆਕਰਸ਼ਿਤ ਫਲ ਲੱਗੇ। ਇਸ ਕਰਕੇ ਇਸ 3 ਪਲਾਈ ਤੇ 5 ਪਲਾਈ ਗੱਤਾ ਜਿਹੜਾ ਹੈਗਾ ਵਾ ਪੰਜਾਬ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ ਲੁਧਿਆਣਾ ਦੇ ਵੱਲੋਂ ਇਸ ਨੂੰ ਲਾਂਚ ਕੀਤਾ ਗਿਆ ਸੀ ਤੇ ਇਹ ਕਿਸਾਨਾਂ ਵੱਲੋਂ ਅਡੈਪਟ ਵੀ ਕੀਤਾ ਜਾ ਰਿਹਾ ਵਾ। ਬਟ ਜ਼ਿਆਦਾਤਰ ਅਸੀਂ ਜਿਹੜੇ ਕਿਸਾਨਾਂ ਵੱਲੋਂ ਇੱਕ ਅਪਣਾਈ ਗਈ ਪੁਰਾਣੀ ਤਕਨੀਕ ਜਿਹੜੀ ਕਿ ਲੱਕੜ ਦੀਆਂ ਪੇਟੀਆਂ ਦੇ ਵਿੱਚ 18 ਤੋਂ 20 ਕਿਲੋ ਦੀ ਉਹ ਪੈਕਿੰਗ ਕਰਦੇ ਨੇ, ਉਹ ਲੱਕੜ ਦੀਆਂ ਪੇਟੀਆਂ ਦੇ ਵਿੱਚ ਹੀ ਆਪਣਾ ਮਾਲ ਕਲਕੱਤੇ ਤੱਕ ਭੇਜਦੇ ਆ। ਪੈਕਿੰਗ ਦੇ ਦੌਰਾਨ ਇਹ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਪੈਕਿੰਗ ਕਰਦੇ ਸਮੇਂ ਕੋਈ ਇੱਕ ਤੇ ਚੀਜ਼ ਗ੍ਰੇਡਿੰਗ ਦੇ ਵਿੱਚ ਤੁਸੀਂ ਕੱਢ ਦਿੱਤੀ ਕਿ ਕੋਈ ਵੀ ਮਾੜਾ ਨਾ ਜਾਵੇ, ਦੂਸਰਾ ਇੱਕ ਸਾਰ ਫਲ ਜਾਵੇ। ਭਾਵ ਜੇਕਰ ਅਸੀਂ ਵੱਡਾ ਦਾਣਾ ਭੇਜ ਰਹੇ ਹਾਂ, ਭਾਵ ਏ ਗ੍ਰੇਡ ਜਿਹਨੂੰ ਆਪਾਂ ਦੱਸਿਆ ਸੀਗਾ ਕਿ ਮੋਟਾ ਦਾਣਾ, ਉਹਨੂੰ ਭੇਜ ਰਹੇ ਹਾਂ ਤੇ ਸਾਰੀ ਦੀ ਸਾਰੀ ਪੇਟੀ ਇੱਕੋ ਗ੍ਰੇਡ ਦੀ ਹੋਵੇ ਤਾਂ ਜੋ ਕਿ ਉਹਦੇ 'ਚ ਪੈਕਿੰਗ ਦੇ ਕਰਦਿਆਂ ਸਮੇਂ ਸਾਨੂੰ ਉਹਦੀ ਫਰੂਟ ਨੂੰ ਚਿਣਦਿਆਂ ਸਮੇਂ ਕੋਈ ਪ੍ਰੋਬਲਮ ਨਾ ਆਵੇ ਤੇ ਉਹਦੀ ਦਿੱਖ ਬਰਕਰਾਰ ਰਹੇ, ਉਹਦੇ ਉੱਤੇ ਕੋਈ ਰਗੜਦਮ, ਉਹਦੇ ਉੱਤੇ ਬ੍ਰੋਸਿਸ ਨਾ ਬਣ ਜਿਹਦੇ 'ਤੇ ਫੰਗਲ ਗਰੋਥ ਰਸਤੇ ਦੇ ਵਿੱਚ ਢੋਆ ਢਵਾਈ ਦੇ ਦੌਰਾਨ ਹੋਣ ਦੇ ਚਾਂਸ ਰਹਿਣ। ਇਸੇ ਤਰੀਕੇ ਦੇ ਨਾਲ ਫਿਰ ਕੰਮ ਸ਼ੁਰੂ ਹੋ ਜਾਂਦਾ ਜੀ ਜਦੋਂ ਤੁਸੀਂ ਸਹੀ ਪੈਕਿੰਗ ਕਰਨੀ ਹੈ ਤੇ ਉਹਦੇ ਵਾਸਤੇ ਪੈਕਿੰਗ ਦੇ ਵਿੱਚ ਕੁਸ਼ਨ ਵਰਤਣ ਦੀ ਜ਼ਰੂਰਤ ਹੈ। ਉਹ ਤੁਸੀਂ ਵਰਤ ਸਕਦੇ ਜੇ ਸੌਫਟ ਗੱਤਾ, ਇਸ ਤੋਂ ਇਲਾਵਾ ਤੁਸੀਂ ਪਰਾਲੀ ਵੀ ਵਰਤ ਸਕਦੇ ਜੇ ਤੇ ਅਖਬਾਰ ਦਾ ਕਾਗਜ਼ ਵੀ ਵਰਤ ਸਕਦੇ ਜੇ। ਹਾਂ, ਇੱਕ ਗੱਲ ਦਾ ਧਿਆਨ ਬਹੁਤ ਦੇਣਾ ਕਈ ਵਾਰ ਇਹ ਵੇਖਣ ਦੇ ਵਿੱਚ ਆਉਂਦਾ ਵਾ ਕਿ ਪੈਕਿੰਗ ਕਰਨ ਵਾਲੀ ਜਿਹੜੇ ਸਾਡੇ ਪ੍ਰਵਾਸੀ ਲੇਬਰ ਆਉਂਦੀ ਆ, ਉਹ 18 ਕਿਲੋ ਵਾਲਾ ਬਾਕਸ ਹੁੰਦਾ ਤੇ ਉਹਦੇ 'ਚ 20 ਕਿਲੋ ਵਾਲੀ ਉਪਜ ਨੂੰ ਪਾਉਣ ਦੀ ਕੋਸ਼ਿਸ਼ ਕਰਦੀ ਆ। ਕਿਸਾਨ ਵੀਰੋ, ਕੋਈ ਸ਼ੱਕ ਨਹੀਂ ਕਿ ਸਾਨੂੰ ਗੱਤੇ ਦੀ ਜਾਂ ਲੱਕੜ ਦੀ ਪੇਟੀ ਦੀ ਬਚਤ ਤੇ ਜ਼ਰੂਰ ਹੁੰਦੀ ਆ ਉਸ ਸਮੇਂ, ਪਰ ਇਹਦਾ ਨੁਕਸਾਨ ਸਾਨੂੰ ਉਲਟਾ ਹੁੰਦਾ ਕਿਉਂਕਿ ਜਦੋਂ ਵੱਧ ਉਪਜ ਨੂੰ ਆਪਾਂ ਛੋਟੇ ਡੱਬੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ 'ਤੇ ਪ੍ਰੈਸ਼ਰ ਬਣ ਜਾਂਦਾ। ਉਹ ਪ੍ਰੈਸ਼ਰ ਇੱਕ ਦੂਜੇ ਫਲ ਦੇ ਉੱਤੇ ਆਉਣ ਦੇ ਨਾਲ ਇੱਕ ਪਾਸੇ ਤੋਂ ਫਲ ਜਿਹੜਾ ਹੈਗਾ ਵਾ ਦਾਗੀ ਹੋਣਾ ਸ਼ੁਰੂ ਹੋ ਜਾਂਦਾ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਡੱਬੇ ਦੀ ਮਾਤਰਾ ਦੇ ਅਨੁਸਾਰ ਹੀ ਉਹਦੇ 'ਚ ਫਲ ਫਿੱਟ ਕੀਤਾ ਜਾਵੇ। ਇਹਦੇ ਵਿੱਚ ਜੇ ਤਾਂ ਆਪਾਂ ਜ਼ਿਆਦਾ ਝਾੜ ਲੈਣਾ ਚਾਹੁੰਦੇ ਹਾਂ, ਮਤਲਬ ਬੂਟੇ ਨੂੰ ਵੀ ਬਚਾਉਣਾ ਚਾਹੁੰਦੇ ਹਾਂ, ਤੇ ਸਭ ਤੋਂ ਵਧੀਆ ਸਾਨੂੰ ਤੇ ਇਹ ਲੱਗਦਾ ਹੈ ਕਿ ਆਪਾਂ ਮਤਲਬ ਜਿਹੜਾ ਚੁਣਵਾਂ ਫਲ ਪਹਿਲੋਂ ਤੋੜ ਲਿਆ ਜਾਵੇ ਤੇ ਉਹਦੇ ਵਿੱਚ ਫਿਰ ਜਿਹੜੇ ਛੋਟੇ ਫਲ ਹੁੰਦੇ ਨੇ ਉਹਨਾਂ ਨੂੰ ਪੂਰੀ ਖੁਰਾਕ ਮਿਲ ਜਾਂਦੀ ਆ ਤੇ ਉਹ ਵੀ ਪੂਰਾ ਡਿਵੈਲਪ ਹੋ ਜਾਂਦੇ, ਉਹਨਾਂ ਦਾ ਸਾਈਜ਼, ਵੇਟ ਸਭ ਕੁਝ ਵਧੀਆ ਬਣ ਜਾਂਦਾ। ਤੇ ਜੇ ਆਪਾਂ ਇੱਕਦਮ ਸਾਰਾ ਤੋੜਦੇ ਹਾਂ ਤੇ ਉਹਦੇ ਨਾਲ ਇਹ ਹੁੰਦਾ ਕਿ ਟਾਹਣੀ ਦੇ ਉੱਤੇ ਵਜਨ ਜ਼ਿਆਦਾ ਹੁੰਦਾ ਜਾਂਦਾ ਤੇ ਟਾਹਣੀਆਂ ਦੇ ਨਾਲ ਮਤਲਬ ਜਿਹੜਾ ਫਲ ਨੁਕਸਾਨਿਆ ਵੀ ਜਾਂਦਾ, ਉਹਦੀਆਂ ਟਾਹਣੀਆਂ ਟੁੱਟ ਜਾਂਦੀਆਂ ਤੇ ਉਹ ਫਰੂਟ ਸੁੱਕ ਜਾਂਦਾ, ਉਹ ਕਿਸੇ ਕੰਮ ਨਹੀਂ ਆਉਂਦਾ। ਤੁੜਾਈ ਤੋਂ ਉਪਰੰਤ ਅਸੀਂ ਇੱਕ ਮਤਲਬ ਸ਼ੈੱਡ ਬਣਾਇਆ ਹੋਇਆ, ਬਹੁਤ ਵਧੀਆ ਸ਼ੈੱਡ ਬਣਿਆ ਹੋਇਆ, ਉੱਥੇ ਪੂਰਾ ਲਾਈਟ ਦਾ, ਬਿਜਲੀ ਦਾ, ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ। ਉਹਦੇ ਵਿੱਚ ਉਹਦੀ ਗ੍ਰੇਡਿੰਗ ਜਿਹੜੀ ਹੈ ਮਤਲਬ 4-5 ਤਰ੍ਹਾਂ ਦਾ ਆਪਾਂ ਅਲੱਗ-ਅਲੱਗ ਗ੍ਰੇਡ ਦਾ ਮਾਲ ਤਿਆਰ ਕਰਦੇ ਹਾਂ ਤੇ ਉਹਨੂੰ ਜਿਵੇਂ ਦੀ ਡਿਮਾਂਡ ਆ, ਜਿਹੜੀਆਂ ਮੰਡੀਆਂ ਦੇ ਵਿੱਚ ਜਿਵੇਂ ਦੇ ਫਲ ਦੀ ਡਿਮਾਂਡ ਆ ਉਸੇ ਤਰ੍ਹਾਂ ਦੇ ਉੱਥੇ ਭੇਜਦੇ ਹਾਂ। ਔਰ ਲੱਕੜ ਦੀ ਪੇਟੀ ਦੇ ਵਿੱਚ ਇਹਨੂੰ ਪੈਕ ਕਰਕੇ ਭੇਜਦੇ ਹਾਂ। ਕਈ ਜਗ੍ਹਾ 'ਤੇ ਮਤਲਬ ਜਿਹੜਾ ਇਹ ਫਰੂਟ ਆ ਉਹ ਕ੍ਰੇਟਾਂ ਦੇ ਵਿੱਚ ਵੀ ਭੇਜਿਆ ਜਾਂਦਾ। ਔਰ ਜਿਹੜਾ ਜ਼ਿਆਦਾ ਡੈਮੇਜ ਹੁੰਦਾ ਉਹ ਜਿਵੇਂ ਫੈਕਟਰੀ ਵਗੈਰਾ ਨੂੰ ਜਾਂਦਾ, ਉਹ ਤੋੜਿਆਂ ਦੇ ਵਿੱਚ ਪਾ ਕੇ ਭੇਜਦੇ ਹਾਂ। ਇਹਦੇ ਵਿੱਚ ਅਸੀਂ ਜਿਹੜੀ ਸਟਾਰਟਿੰਗ ਹੈ ਉਹ ਤਾਂ ਮਤਲਬ ਇਸ ਵਾਰ ਕਲਕੱਤੇ ਤੋਂ ਕੀਤੀ ਸੀਗੀ ਤੇ ਉਸ ਤੋਂ ਬਾਅਦ ਕੁਝ ਥੋੜ੍ਹਾ ਬੰਬੇ ਵੀ ਭੇਜਿਆ ਤੇ ਰੈਗੂਲਰ ਮਾਲ ਦਿੱਲੀ ਵੀ ਜਾ ਰਿਹਾ ਤੇ ਹੋਰ ਵੀ ਕੁਝ ਮੰਡੀਆਂ ਅਸੀਂ ਮਤਲਬ ਸਿਲੈਕਸ਼ਨ ਕਰ ਰਹੇ ਹਾਂ ਕਿ ਜਿੱਥੇ ਸਾਨੂੰ ਵਧੀਆ ਇਹਦਾ ਰੇਟ ਮਿਲੇ, ਮੁਨਾਫਾ ਮਿਲੇ। ਜਿਵੇਂ ਹੋਰ ਵੀ ਕਈ ਮੰਡੀਆਂ ਸਾਡੇ ਧਿਆਨ 'ਚ ਨੇ ਪਰ ਉਹ ਟਾਈਮ ਦੀ ਸ਼ਾਰਟ ਹੋਣ ਕਰਕੇ ਜੇ ਉਹਨਾਂ ਨਾਲ ਲਿੰਕ ਨਹੀਂ ਬਣਾਏ ਗਏ ਤੇ ਜਿਵੇਂ ਉਹਨਾਂ ਨਾਲ ਲਿੰਕ ਬਣਦੇ ਗਏ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਸਪਲਾਈ ਕਰਾਂਗੇ। ਇੱਥੋਂ ਤੱਕ ਵੀ ਇਰਾਦਾ ਹੈ ਕਿ ਅਸੀਂ ਐਕਸਪੋਰਟ ਕਰਨ ਬਾਰੇ ਵੀ ਸੋਚ ਰਹੇ ਹਾਂ। ਐਕਸਪੋਰਟ ਕੁਆਲਿਟੀ ਬਣਾ ਕੇ ਪੂਰਾ ਇਹਦਾ ਜਿਵੇਂ ਇਹਨੂੰ ਜ਼ਹਿਰ ਮੁਕਤ ਕਰਕੇ ਔਰ ਮਤਲਬ ਹਰ ਤਰ੍ਹਾਂ ਦਾ ਜਿਹੜਾ ਫੰਗਸ ਰਹਿਤ ਕਰਕੇ ਤੇ ਐਕਸਪੋਰਟ ਬਾਰੇ ਵੀ ਸਾਡੀ ਸੋਚ ਹੈ। ਮੰਡੀਕਰਨ ਦੇ ਵਿੱਚ ਕੋਈ ਖਾਸ ਸਮੱਸਿਆ ਤਾਂ ਨਹੀਂ, ਬਸ ਇਹੀ ਆ ਕਿ ਕਈ ਵਾਰ ਜਿਵੇਂ ਜਦੋਂ ਇੱਕਦਮ ਜ਼ਿਆਦਾ ਤੁੜਾਈ ਸ਼ੁਰੂ ਹੋ ਜਾਂਦੀ ਆ, ਜ਼ਿਆਦਾ ਮਾਲ ਇੱਕਦਮ ਮੰਡੀਆਂ ਦੇ ਵਿੱਚ ਆ ਜਾਂਦਾ ਤੇ ਕਈ ਵਾਰ ਰੇਟ ਨੂੰ ਲੈ ਕੇ ਦਿੱਕਤ ਜ਼ਰੂਰ ਆ ਜਾਂਦੀ ਹੈ। ਜਦੋਂ ਇੱਕਦਮ ਫਰੂਟ ਵੱਧ ਜਾਂਦਾ ਤੇ ਉਹ ਰੇਟ ਦੀ ਥੋੜ੍ਹੀ ਪ੍ਰੋਬਲਮ ਆ ਜਾਂਦੀ, ਰੇਟ ਘਟ ਜਾਂਦਾ ਤੇ ਉਹ ਫਿਰ ਕਈ ਵਾਰ ਸਟੋਰ ਵੀ ਕਰਨਾ ਪੈਂਦਾ। ਸਟੋਰ ਕਰਕੇ ਤੇ ਫਿਰ ਜਦੋਂ ਲੱਗਦਾ ਕਿ ਹੁਣ ਸਾਨੂੰ ਢੁਕਵਾਂ ਰੇਟ ਮਿਲ ਸਕਦਾ, ਉਹਦੇ ਹਿਸਾਬ ਦੇ ਨਾਲ ਅਸੀਂ ਫਿਰ ਮਤਲਬ ਜਿਹੜਾ ਇਹਨੂੰ ਟਾਈਮ ਟੇਬਲ ਜਿਹਾ ਬਣਾ ਕੇ ਅੱਗੇ ਤਿਉਹਾਰਾਂ ਦਾ ਸੀਜ਼ਨ ਜਿਹੜੇ ਹਿਸਾਬ ਨਾਲ ਆਉਂਦਾ ਉਹਦੇ ਹਿਸਾਬ ਨਾਲ ਅਸੀਂ ਭੇਜਦੇ ਰਹਿੰਦੇ ਹਾਂ। ਕੁਝ ਥਾਵਾਂ 'ਤੇ ਮਤਲਬ ਜਿਵੇਂ ਵੈਸਟ ਬੰਗਾਲ ਵਾਲੀ ਸਾਈਡ 'ਤੇ ਕੁਝ ਹੋਰ ਵੀ ਏਰੀਏ ਹੈਗੇ ਆ ਜਿੱਥੇ ਮਤਲਬ ਇਹਨੂੰ ਪ੍ਰਸ਼ਾਦ ਦੇ ਤੌਰ 'ਤੇ ਨਾਖ ਆ ਜਿਹੜੀ ਉਹ ਚੜ੍ਹਾਈ ਜਾਂਦੀ ਆ ਤੇ ਪ੍ਰਸ਼ਾਦ ਦੇ ਤੌਰ 'ਤੇ ਵਰਤੋਂ ਦਾ ਕਰਕੇ ਫਿਰ ਉਹ ਜਿਹੜਾ ਮੀਡੀਅਮ ਸਾਈਜ਼ ਦਾ ਫਲ ਹੁੰਦਾ, ਮਤਲਬ ਜਿਵੇਂ ਜ਼ਿਆਦਾ ਵੱਡਾ ਸਾਈਜ਼ ਹੋਵੇ ਤੇ ਉਹ ਫਿਰ ਉਹਦੀ ਮਤਲਬ ਆਪਾਂ ਨੂੰ ਵੰਡਣਾ ਔਖਾ ਹੋ ਜਾਂਦਾ ਤੇ ਜਿਹੜਾ ਮੀਡੀਅਮ ਸਾਈਜ਼ ਆ ਉਹਨੂੰ ਫਿਰ ਪ੍ਰਸ਼ਾਦ ਦੇ ਤੌਰ 'ਤੇ ਵੰਡਣ ਵਾਸਤੇ ਮਤਲਬ ਵਧੀਆ ਮੰਨਦੇ ਆ। ਉਦੋਂ ਫਿਰ ਇਹਦਾ ਜਿਹੜਾ ਮੀਡੀਅਮ ਸਾਈਜ਼ ਆ
ਜਾਣੀ ਕਿ ਛੋਟੇ ਤੋਂ ਥੋੜ੍ਹਾ ਜਿਹਾ ਵੱਡਾ ਉਹ ਸਾਰਾ ਕੰਮ ਆ ਜਾਂਦਾ। ਜੇ ਵਧੀਆ ਬਾਗਬਾਨ ਆ ਉਹਨੂੰ ਤੇ 12 ਮਹੀਨੇ ਹੀ ਇਹਦਾ ਕੰਮ ਚੱਲਦਾ ਰਹਿੰਦਾ। ਮਤਲਬ ਤੁੜਾਈ ਤੋਂ ਉਪਰੰਤ ਜਿਵੇਂ ਮਤਲਬ ਇਹਦਾ ਫੰਗਸ ਦੀਆਂ ਦਵਾਈਆਂ ਵੀ ਅਸੀਂ ਜਿਵੇਂ ਡਰਿੰਚਿੰਗ ਵੀ ਕਰਦੇ ਹਾਂ, ਉੱਪਰ ਸਪਰੇਆਂ ਕਰਦੇ ਹਾਂ। ਜਿਵੇਂ ਇਹਦੀ ਜਿੱਥੋਂ ਜਿਵੇਂ ਆਪਾਂ ਟਾਹਣੀਆਂ ਨਾਲੋਂ ਫਲ ਟੁੱਟਾ ਹੁੰਦਾ ਉੱਥੇ ਇੱਕ ਜ਼ਖਮ ਟਾਈਪ ਹੋ ਜਾਂਦਾ, ਉਹਦੇ ਉੱਤੇ ਆਪਾਂ ਜਿਵੇਂ ਇਹਦਾ ਬਲੂ ਕਾਪਰ ਵਗੈਰਾ ਦੀ ਸਪਰੇਅ ਵੀ ਕਰਦੇ ਹਾਂ। ਤੇ ਉਸ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਅਗਰ ਆਪਾਂ ਉਹ ਚੀਜ਼ ਦਾ ਧਿਆਨ ਨਹੀਂ ਰੱਖਦੇ ਤਾਂ ਬੂਟੇ ਨੂੰ ਮਤਲਬ ਜਿਹੜੀਆਂ ਉਹ ਕਈ ਵਾਰ ਬਿਮਾਰੀਆਂ ਦੀ ਗ੍ਰਿਫਤ 'ਚ ਆ ਜਾਂਦਾ। ਇਹਦੇ 'ਚ ਸਰ ਸਭ ਤੋਂ ਮੇਨ ਚੀਜ਼ ਆ ਕਿ ਬੂਟੇ ਦੇ ਉੱਪਰ ਜਿੰਨੇ ਜ਼ਿਆਦਾ ਸਪਰ ਬਣਨਗੇ, ਸਪਰ ਕਾਹਦੇ ਨਾਲ ਬਣਦੇ ਆ, ਜਿੰਨਾ ਕੁ ਮੈਂ ਸਿੱਖਿਆ ਇਹਦੇ ਵਿੱਚ ਸਪਰ ਬਣਦੇ ਆ ਕਿ ਇੱਕ ਤੇ ਆਪਾਂ ਬੂਟੇ ਨੂੰ ਸਿੱਲ ਤੋਂ ਬਚਾ ਕੇ ਰੱਖੀਏ, ਉਹਦੇ ਨਾਲ ਵੀ ਜਿਹੜੇ ਆ ਸਪਰ ਵੱਧ ਬਣਦੇ ਆ, ਖੁਸ਼ਕੀ ਦਈਏ ਬੂਟੇ ਨੂੰ। ਔਰ ਦੂਜਾ ਜਿਹੜੀ ਪ੍ਰੂਨਿੰਗ ਦਾ ਸਵਾਲ ਆ, ਪ੍ਰੂਨਿੰਗ ਦੇ ਵਿੱਚ ਜਦੋਂ ਬੂਟੇ ਦੇ ਵਿੱਚ ਸੰਘਣਤਾ ਆ ਜਾਂਦੀ ਆ, ਉਹਨੂੰ ਪ੍ਰੋਪਰ ਹਵਾ ਤੇ ਧੁੱਪ ਨਹੀਂ ਪੈਂਦੀ ਤੇ ਉਹਦੇ ਨਾਲ ਮਤਲਬ ਇਸ ਚੀਜ਼ ਦਾ ਬਹੁਤ ਜ਼ਿਆਦਾ ਜਿਹੜਾ ਮਤਲਬ ਨੁਕਸਾਨ ਹੁੰਦਾ। ਵਿੱਚੋਂ ਬੂਟੇ ਕਈਆਂ ਥਾਵਾਂ ਤੇ ਵੇਖਿਆ, ਕਈਆਂ ਦੇ ਬਾਗ ਵੇਖੀ ਦੇ ਆ ਜਾ ਕੇ, ਉਹਨਾਂ ਦੇ ਮਤਲਬ ਜਿੱਥੋਂ ਜ਼ਿਆਦਾ ਸੰਘਣੇ ਹੋਣ ਕਰਕੇ ਤੇ ਉਹਨਾਂ ਦੇ ਨੀਚੇ ਵਾਲੀ ਸਾਈਡ ਤੇ ਸਪਰ ਬਿਲਕੁਲ ਨਹੀਂ ਰਹਿ ਜਾਂਦੇ। ਨਾਖ ਇੱਕ ਇਹੋ ਜਿਹਾ ਫਲ ਆ ਕਿ ਜਿਹੜਾ ਮਤਲਬ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਨਾ ਸੰਪੂਰਨ ਮਾਤਰਾ ਇਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਆ ਨਾ ਜਿਹੜੀ, ਉਹ ਹਰ ਇੱਕ ਤੱਤ ਹੀ ਲਗਭਗ ਅਵੇਲੇਬਲ ਆ। ਕੁਝ ਕੁ ਤੱਤ ਹੋਣਗੇ ਜਿਹੜੇ ਨਹੀਂ ਅਵੇਲੇਬਲ। ਇਹਦੇ 'ਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ। ਤੇ ਬਾਕੀ ਮਤਲਬ ਆਮ ਫਲਾਂ ਦੇ ਨਾਲੋਂ ਜਿਵੇਂ ਇਹਨੂੰ ਆਪਾਂ ਰਾਜਾ ਫਲ ਕਹਿ ਸਕਦੇ ਹਾਂ, ਪਰ ਸਾਡੇ ਪੰਜਾਬੀ ਥੋੜ੍ਹਾ ਜਿਹਾ ਇਹਨੂੰ ਖਾਣ 'ਚ ਧਿਆਨ ਨਹੀਂ ਕਰਦੇ। ਬਹੁਤ ਵਧੀਆ ਫਲ ਆ ਇਹ। ਸੋ ਲੋੜ ਹੈ ਅੱਜ ਸਮੇਂ ਦੀ ਕਿ ਅਸੀਂ ਜਿੱਥੇ ਖੇਤੀ ਵਿਭਿੰਨਤਾ ਦੇ ਵਿੱਚ ਬਾਗਬਾਨੀ ਦੇ ਕਿੱਤੇ ਵੱਲ ਜਾ ਰਹੇ ਹਾਂ, ਬਹੁਤ ਸਾਰੇ ਕਿਸਾਨ ਜਿਹੜਾ ਹੈ ਇਸ ਕਿੱਤੇ ਤੋਂ ਉਤਸ਼ਾਹਿਤ ਹੋ ਰਹੇ ਨੇ। ਬਹੁਤ ਸਾਰੇ ਕਿਸਾਨਾਂ ਨੇ ਇਹਨੂੰ ਮਲਟੀਪਲਾਈ ਕੀਤਾ। ਜੇ ਉਹਨਾਂ ਨੇ 1 ਏਕੜ ਤੋਂ ਸ਼ੁਰੂ ਕੀਤਾ ਸੀ ਤੇ ਇੱਕ ਕਿੱਤੇ ਤੋਂ ਕਾਮਯਾਬੀ ਹਾਸਲ ਕਰਕੇ ਉਹਨਾਂ ਨੇ ਇਹਨੂੰ ਹੋਰ ਕਿੱਤਿਆਂ ਤੱਕ ਜਿਹੜਾ ਵਧਾਇਆ। ਸੋ ਅੱਜ ਸਮਾਂ ਹੈ ਕਿਸਾਨ ਦੋਸਤੋ ਕਿ ਅਸੀਂ ਜਿੱਥੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ, ਉਸ ਦੇ ਨਾਲ ਹੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਮੱਲਾਂ ਮਾਰ ਰਹੇ ਨੇ। ਜਦੋਂ ਪੈਕਿੰਗ ਕਰ ਲਈ ਫਿਰ ਅਸੀਂ ਇਹਨੂੰ ਕਰਨਾ ਜੀ ਢੋਆ ਢਵਾਈ। ਜਿਹੜਾ ਢੋਆ ਢਵਾਈ ਦਾ ਕਾਰਜ ਆ ਉਹ ਇੱਕ ਬਹੁਤ ਹੀ ਧਿਆਨ ਦੇਣ ਵਾਲਾ ਕਾਰਜ ਆ, ਕਿਉਂਕਿ ਸਾਡੀਆਂ ਸੜਕਾਂ ਦੇ ਵਿੱਚ ਟੋਏ ਵੀ ਨੇ, ਟ੍ਰੈਫਿਕ ਵੀ ਨੇ, ਰਸਤੇ 'ਚ ਆਉਣ ਵਾਲੀ ਬਰਸਾਤ ਵੀ ਆ ਤੇ ਬਹੁਤ ਜ਼ਿਆਦਾ ਗਰਮੀ ਵੀ ਆ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਆਪਣੀ ਢੋਆ ਢਵਾਈ ਦੇ ਦੌਰਾਨ ਇਹਨਾਂ ਗੱਲਾਂ ਦੇ ਵਿੱਚ ਰੱਖਦੇ ਹੋਏ ਸਾਨੂੰ ਉਸ ਤਰ੍ਹਾਂ ਦੇ ਕੰਟੇਨਰਾਂ ਦੀ ਜ਼ਰੂਰਤ ਰਹੇਗੀ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਕਵਰਡ ਹੋਣ, ਪਰ ਚਾਹੇ ਉਹ ਤਰਪਾਲ ਪਾ ਕੇ ਸਸਤੇ ਤਰੀਕੇ ਦੇ ਨਾਲ ਕਵਰ ਕੀਤੇ ਹੋਣ। ਸਾਡੀ ਪੈਕਿੰਗ ਤੋਂ ਬਾਅਦ ਜਿਹੜੀ ਪੈਕੇਜਿੰਗ ਮਟੀਰੀਅਲ ਤਿਆਰ ਹੋਇਆ ਵਾ, ਬਾਕਸ ਤਿਆਰ ਹੋਏ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਚਿਣਿਆ ਜਾਵੇ ਗੱਡੀ ਦੇ ਵਿੱਚ ਜਿਹੜੀ ਤੁਸੀਂ ਭੇਜ ਰਹੇ ਜੇ ਮਾਲ ਲੈ ਕੇ ਜਾਣ ਵਾਸਤੇ ਦੂਰ ਦੀਆਂ ਮੰਡੀਆਂ ਦੇ ਵਿੱਚ, ਕਿ ਉਹ ਖਲਾਰਾ ਖਾ ਕੇ ਆਪਸ ਵਿੱਚ ਵੱਜ ਕੇ ਉਹਨਾਂ ਦੀ ਕੋਈ ਪੈਕਿੰਗ ਦਾ ਨੁਕਸਾਨ ਨਾ ਹੋਵੇ ਤੇ ਫਲ ਨੂੰ ਕੋਈ ਨੁਕਸਾਨ ਨਾ ਹੋਵੇ। ਜਦੋਂ ਫਸਲ ਸਾਡੀ ਉੱਥੇ ਪਹੁੰਚੇ ਤੇ ਸਾਡੀ ਉਸ ਫਸਲ ਦਾ ਸਾਨੂੰ ਸਹੀ ਭਾਅ ਮਿਲ ਪਾਵੇ ਤੇ ਸਾਡੀ ਸਫਲਤਾ ਉੱਥੇ ਹੀ ਬਣਦੀ ਹੈ। ਜਦੋਂ ਅਸੀਂ ਇਹਨਾਂ ਫਸਲਾਂ ਦੇ ਨਾਲ ਆਪਣੀ ਜਿਹੜੀ ਗੱਲ ਕਰਦੇ ਹਾਂ ਮਾਰਕੀਟਿੰਗ ਦੀ ਸਟ੍ਰੈਟਜੀ ਦੀ, ਮਾਰਕੀਟਿੰਗ ਸਟ੍ਰੈਟਜੀ ਕਿਸਾਨ ਵੀਰੋ, ਜਿਵੇਂ ਕਿ ਕਿਸਾਨਾਂ ਵੱਲੋਂ ਪਤਾ ਵਾ ਕਿ ਸਾਡੇ ਛਠ ਪੂਜਾ ਦੇ ਉੱਤੇ ਭਾਰਤ ਦੇ ਵਿੱਚ ਕਈ ਤਿਉਹਾਰ ਨੇ ਜਿਨ੍ਹਾਂ ਦੇ ਵਿੱਚ ਫਲ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਆ। ਦੀਵਾਲੀ, ਛਠ ਪੂਜਾ, ਦੁਸ਼ਹਿਰਾ, ਇਹਨਾਂ ਸਾਰੇ ਦੇ ਉੱਤੇ ਫਲ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਆ। ਅਸੀਂ ਉਸ ਤਰੀਕੇ ਦੇ ਨਾਲ, ਕਿਉਂਕਿ ਕੋਲਡ ਸਟੋਰ ਦੇ ਵਿੱਚ 60 ਦਿਨ ਲਈ ਜਦੋਂ ਤੁਸੀਂ ਫਲ ਤੋੜ ਲਿਆ, 60 ਦਿਨ ਲਈ ਉਹ ਬਿਲਕੁਲ ਸੁਰੱਖਿਅਤ ਆ। ਜਦੋਂ ਤੁਹਾਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਪ੍ਰਾਈਸ ਵੱਧ ਮਿਲਣ ਦੇ ਆਸਾਰ ਨੇ, ਤੁਸੀਂ ਆਪਣਾ ਸੀਜ਼ਨ ਦੇ ਵਿੱਚ ਫੈਸਟੀਵਲ ਨੂੰ ਵੇਖਦੇ ਹੋਏ ਤੁਸੀਂ ਆਪਣਾ ਉਹ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਮਾਲ ਕੱਢਦੇ ਹੋਏ, ਭਾਵ ਜੇਕਰ ਤੁਹਾਡੇ ਵੱਲੋਂ ਸਟੋਰ ਕੀਤੀ 1000 ਪੇਟੀ ਤੁਸੀਂ ਸਟੋਰ ਕੀਤੀ ਆ, ਉਹਦੇ 'ਚੋਂ 500 ਪੇਟੀ ਪਹਿਲਾਂ ਕੱਢ ਕੇ ਭੇਜੋ, 500 ਪੇਟੀ ਬਾਅਦ 'ਚੋਂ ਕੱਢ ਕੇ ਭੇਜੋ, ਤਾਂ ਤੁਹਾਨੂੰ ਵੱਧ ਮੁਨਾਫਾ ਮਿਲੇਗਾ। ਇਸ ਕੰਮ ਨੂੰ ਇੱਕ ਬਿਜ਼ਨਸ ਦੇ ਤਰੀਕੇ ਨਾਲ ਲਿਆ ਜਾਵੇ, ਨਾ ਕਿ ਇੱਕ ਸਿਰਫ ਖੇਤੀ ਦੇ ਤਰੀਕੇ ਨਾਲ ਕਿ ਮੈਂ ਆਪਣੀ ਉਪਜ ਨੂੰ ਪੈਦਾ ਕੀਤਾ ਤੇ ਵੇਚਣਾ। ਉਸ ਸੀਮਤ ਦਾਇਰੇ ਤੋਂ ਬਾਹਰ ਨਿਕਲ ਕੇ ਜਦੋਂ ਆਪਾਂ ਇਸ ਬਿਜ਼ਨਸ ਮਾਡਲ ਨੂੰ ਅਡਾਪਟ ਕਰਦੇ ਹਾਂ ਤੇ ਇੱਕ ਐਂਟਰਪ੍ਰੈਨਿਓਰ ਦੇ ਤੌਰ ਦੇ ਉੱਤੇ ਕਿਸਾਨ ਵੀ ਸਾਡੇ ਜਿਹੜੇ ਹੈਗੇ ਆ ਉਹ ਬਾਹਰ ਨਿਕਲੇ ਨੇ। ਜਿਸ ਖੇਤ ਦੇ ਵਿੱਚ ਅੱਜ ਅਸੀਂ ਖਲੋਤੇ ਹਾਂ ਗੁਰਵਿੰਦਰ ਸਿੰਘ ਹੁਣਾਂ ਦੇ ਵੱਲੋਂ, ਉਹਨਾਂ ਵੱਲੋਂ ਇਹ ਆਪਣੀ ਤੜਾਈ ਦਾ ਕੰਮ ਜਿਹੜਾ ਹੈਗਾ ਵਾ ਉਹ ਜੂਨ ਲੇਟ ਤੋਂ ਸ਼ੁਰੂ ਕਰ ਲਿਆ ਜਾਂਦਾ, ਭਾਵ 15 ਜੂਨ ਤੋਂ ਬਾਅਦ ਹੀ ਜਿਹੜਾ ਵੱਡਾ ਦਾਣਾ ਉਹਨੂੰ ਤੋੜ ਲਿਆ ਜਾਂਦਾ, ਦਿੱਲੀ ਦੀਆਂ ਮਾਰਕੀਟਾਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਜਾਂਦਾ। ਹੌਲੀ ਹੌਲੀ ਜਦੋਂ ਗਲਟ ਵਿੱਚ ਰੂਪ ਦੇ ਵਿੱਚ ਇਕੱਠੀ ਫਸਲ ਪੱਕਣੀ ਸ਼ੁਰੂ ਹੁੰਦੀ ਆ, ਉਹਨੂੰ ਜੁਲਾਈ ਦੇ ਵਿੱਚ ਤਰਤੀਬ ਨਾਲ ਤੋੜਦੇ ਹੋਏ ਕੁਝ ਸਟੋਰ ਕਰ ਦਿੱਤੀ ਜਾਂਦੀ ਆ, ਕੁਝ ਦਿੱਲੀ ਜਾਂ ਕਲਕੱਤੇ ਦੀਆਂ ਮਾਰਕੀਟਾਂ ਦੇ ਵਿੱਚ ਭੇਜ ਦਿੱਤੀ ਜਾਂਦੀ ਆ। ਇਸੇ ਤਰੀਕੇ ਦਾ ਜਿਹੜੀ ਸਟੋਰ ਕੀਤੀ ਉਪਜ ਵੀ ਆ
ਉਹਨੂੰ ਵੀ ਹੌਲੀ-ਹੌਲੀ ਕਰਕੇ ਹੀ ਆਪਣੀ ਮਾਰਕੀਟ ਦੇ ਵਿੱਚ ਉਤਾਰਿਆ ਜਾਂਦਾ ਤਾਂ ਜੋ ਕਿ ਇਹਦਾ ਫਸਲ ਦਾ ਸਹੀ ਭਾਅ ਮਿਲ ਸਕੇ ਤੇ ਕਿਸਾਨੀ ਖੁਸ਼ਹਾਲੀ ਦੇ ਰਾਹਾਂ ਦੇ ਉੱਤੇ ਚੱਲ ਸਕੇ। ਕਿਸਾਨ ਵੀਰੋ, ਅਸੀਂ ਆਪਣੀ ਖੇਤੀ ਦੇ ਵਿੱਚ ਬਦਲਾਅ ਦੀ ਭਾਵਨਾ ਦੇ ਨਾਲ ਚੱਲੇ ਹਾਂ ਤੇ ਇਹ ਬਦਲਾਅ ਬਾਗਬਾਨੀ ਕਿੱਤੇ ਦੇ ਨਾਲ ਬਹੁਤ ਸਾਰਥਿਕ ਆ। ਵਧੀਆ ਆਮਦਨ ਪਾਉਣ ਦੇ ਲਈ, ਨਵੀਆਂ ਤਕਨੀਕਾਂ ਪਾਉਣ ਦੇ ਲਈ ਕਿਸਾਨ ਵੀਰੋ ਤੁਸੀਂ ਬਾਗਬਾਨੀ ਕਿੱਤੇ ਦੇ ਨਾਲ ਜੁੜੋ। ਹੁਣ ਕਿਉਂਕਿ ਉਹ ਸਮਾਂ ਨਹੀਂ ਰਿਹਾ ਕਿ ਜਦੋਂ ਦੱਬ ਕੇ ਵਾਹ ਤੇ ਰੱਜ ਕੇ ਖਾ ਵਾਲੀ ਖੇਤੀ ਹੈ। ਹੁਣ ਸਮਾਂ ਇਹ ਆ ਤਕਨੀਕ ਨਾਲ ਵਾਹ ਤੇ ਰੱਜ ਕੇ ਖਾ। ਲੋਕ ਨਾ ਗ੍ਰੇਡਿੰਗ ਵੱਲ ਧਿਆਨ ਨਹੀਂ ਦਿੰਦੇ, ਉਹਦੇ ਕਰਕੇ ਸਾਨੂੰ ਜਿਹੜਾ ਸਹੀ ਮੁਨਾਫਾ ਨਹੀਂ ਮਿਲਦਾ। ਇਸ ਕਰਕੇ ਮੈਂ ਸਾਰੇ ਮਤਲਬ ਬਾਗਬਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਖਾਸ ਕਰਕੇ ਗ੍ਰੇਡਿੰਗ ਦਾ ਧਿਆਨ ਰੱਖਿਆ ਜਾਵੇ। ਗ੍ਰੇਡਿੰਗ ਪੂਰਾ ਮਤਲਬ ਜਿਹੜੇ ਆੜ੍ਹਤੀ ਕੋਲ ਜਾਂ ਵਪਾਰੀ ਕੋਲ ਮਾਲ ਜਾਂਦਾ ਉਹਨੂੰ ਪੂਰਾ ਸਹੀ ਉਹਦੇ ਕੋਲ ਮਾਲ ਪਹੁੰਚਾਓ ਤਾਂ ਕਿ ਤੁਹਾਡਾ ਮਤਲਬ ਜਿਹੜਾ ਮਾਰਕ ਆ ਉਹਦਾ ਨਾਂ ਚਮਕ ਸਕੇ ਤੇ ਤੁਹਾਨੂੰ ਵਧੀਆ ਮੁਨਾਫਾ ਮਿਲ ਸਕੇ ਔਰ ਉਹਨੂੰ ਵੀ ਅੱਗੇ ਮੁਨਾਫਾ ਹੋ ਸਕੇ, ਫਿਰ ਹੀ ਉਹ ਤੁਹਾਡੇ ਕੋਲੋਂ ਦੁਬਾਰਾ ਫਰੂਟ ਖਰੀਦੂਗਾ। ਨਾਖ ਦਾ ਬਾਗ ਇੱਕ ਬਹੁਤ ਹੀ ਵਧੀਆ, ਜਿਵੇਂ ਕਹਿ ਦਈਏ ਆਪਾਂ ਜਟਕੀ ਭਾਸ਼ਾ ਦੇ ਵਿੱਚ ਕਹਿ ਦਈਏ ਕਿ ਇੱਕ ਪੱਕਾ ਜਿਹਾ ਸੌਦਾ, ਪੱਕੀ ਜੀ ਫਸਲ ਆ ਇਹ। ਦੂਜੇ ਜਿਵੇਂ ਅਮਰੂਦ, ਆੜੂ ਜਾਂ ਦੂਜੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ ਮਿਹਨਤ ਵੱਧ ਹੈ ਔਰ ਰਿਸਕ ਵੀ ਵੱਧ ਨੇ। ਇਹ ਥੋੜ੍ਹੀ ਜੀ ਪੱਕੀ ਜੀ ਫਸਲ ਆ, ਮਤਲਬ ਇਹਨੂੰ ਜਿਵੇਂ ਆਪਾਂ ਕਹਿ ਦਈਏ ਵੀ ਥੋੜ੍ਹੀ ਸਾਦਗੀ ਦੇ ਨਾਲ ਵੀ ਆਪਾਂ ਤਿਆਰ ਕਰਕੇ ਤੇ ਚੰਗਾ ਮੁਨਾਫਾ ਕਮਾ ਸਕਦੇ ਹਾਂ। ਪਹਿਲਾਂ ਅਸੀਂ ਸਧਾਰਨ ਖੇਤੀ ਕਰਦੇ ਸਾਂ ਜਿਹਦੇ ਨਾਲ ਓਨੀ ਕਮਾਈ ਨਹੀਂ ਸੀ ਹੁੰਦੀ। ਫਿਰ ਸਾਨੂੰ ਕੁਛ ਖੇਤੀਬਾੜੀ ਮਹਿਕਮੇ ਨੇ ਦੱਸਿਆ ਕਿ ਬਾਗਬਾਨੀ ਨੇ ਕਿ ਤੁਸੀਂ ਬਾਗ ਲਾਓ। ਅਸੀਂ 84-85 ਦੇ ਵਿੱਚ ਬਾਗ ਲਾਇਆ, ਸਾਨੂੰ ਚੰਗੀ ਕਮਾਈ ਹੋਈ। ਫਿਰ ਅਸੀਂ ਸਹਿਜੇ ਵਧਾਉਂਦੇ ਆਏ ਹਾਂ। ਸਾਨੂੰ ਬਹੁਤ ਇਸ ਗੱਲ ਦਾ ਮੁਨਾਫਾ ਹੁੰਦਾ ਹੈ ਤੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਕਿ ਭਾਵੇਂ ਕੋਈ ਵੀ ਫਲ ਲਾਓ, ਤੁਹਾਡੇ ਝੋਨੇ ਤੋਂ ਕਣਕ ਤੋਂ ਇਹ ਵੱਧ ਝੜੂਗਾ, ਵੱਧ ਪੈਸੇ ਦੇਊਗਾ ਤੇ ਸਰੀਰ ਵੀ ਸੌਖਾ ਰਹੂਗਾ। ਮਿਹਨਤ ਘੱਟ ਤੇ ਪੈਸਾ ਜ਼ਿਆਦਾ। ਬਾਗ ਲਾਓ, ਭਾਵੇਂ ਕਿਸੇ ਕਿਸਮ ਦਾ ਲਾਓ, ਕੋਈ ਫਲ ਲਾਓ, ਸਾਰੇ ਹੀ ਚੰਗੇ ਆ, ਮਾੜਾ ਕੋਈ ਵੀ ਨਹੀਂ। ਬਾਗਬਾਨੀ ਦੇ ਨਾਲ ਸੰਪਰਕ ਕਰਕੇ ਲਾਓ, ਇਹ ਤੁਹਾਨੂੰ ਸੁਝਾਅ ਦੇਣਗੇ ਦਵਾਈਆਂ ਬੂਟੀਆਂ ਬਾਰੇ, ਲਾਉਣ ਬਾਰੇ ਸਾਰੀਆਂ ਗੱਲਾਂ ਬਾਤਾਂ ਦੱਸਣਗੇ। ਐਰਕੀ ਫਲ ਬਹੁਤ ਜ਼ਿਆਦਾ ਆ, ਚੰਗਾ ਕਰਕੇ 2-3 ਵਾਰੀ ਮੋਟੀ ਤੜਾਈ ਕੀਤੀ ਆ। ਕਲਕੱਤੇ ਵੀ ਘੱਲਿਆ ਹੈ, ਦਿੱਲੀ ਵੀ ਘੱਲਿਆ ਹੈ, ਰੇਟ ਵੀ ਚੰਗਾ ਹੈ, ਚੰਗੇ ਪੈਸੇ ਕਮਾ ਰਹੇ ਹਾਂ ਤੇ ਬਹੁਤ ਮਹਾਰਾਜ ਨੇ ਖੁਸ਼ੀ ਦਿੱਤੀ ਆ। ਤੇ ਮੈਂ ਸਾਰੇ ਭਰਾਵਾਂ ਨੂੰ ਇਹੋ ਗੱਲ ਕਹਿਣਾ ਕਿ ਬਾਗਾਂ ਵੱਲੇ ਆਓ ਤੇ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਸੰਪਰਕ ਕਰੋ, ਬੂਹ ਦੇ ਨਾਲ ਸੰਪਰਕ ਕਰੋ। ਝੋਨੇ ਕਣਕ ਵੱਲੋਂ ਨਿਕਲ ਕੇ ਬਾਗਾਂ ਵੱਲੇ ਨਵੇਂ ਕਿਸਾਨ ਆਉਣ, ਜਿਹੜੇ ਨੌਜਵਾਨ ਕਿਸਾਨ ਆ, ਇਹ ਬਾਹਰ ਨੂੰ ਭੱਜਦੇ, ਬਾਹਰ ਨੂੰ ਭੱਜਣ ਦੀ ਲੋੜ ਨਹੀਂ। ਆਪਦੀ ਜ਼ਮੀਨ ਦੇ ਵਿੱਚ ਵਾਹੋ, ਬੀਜੋ, ਖਾਓ। ਬਾਕੀ ਦੀਆਂ ਸਹੂਲਤਾਂ ਤੁਹਾਨੂੰ ਸਰਕਾਰ ਦਿੰਦੀ ਆ, ਬਹੁਤ ਦਿੰਦੀ ਆ, ਤੇ ਤੁਸੀਂ ਆਪਣੇ ਨਵੇਂ ਬਾਗ ਲਾਓ ਤੇ ਆਪਦੀ ਕਮਾਈ ਵਧਾਓ। ਸੋ ਬਾਗਬਾਨ ਦੋਸਤੋ, ਜਿਸ ਤਰ੍ਹਾਂ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਮਾਹਿਰਾਂ ਨੇ ਤੁਹਾਨੂੰ ਨਾਖਾਂ ਦੀ ਤੁੜਾਈ ਦੇ ਬਾਰੇ, ਉਹਨਾਂ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ ਸੰਭਾਲ ਦੇ ਬਾਰੇ ਅਹਿਮ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਹੈ। ਔਰ ਇਸ ਤੋਂ ਇਲਾਵਾ ਕਿਸਾਨ ਵੀਰ ਨੇ ਵੀ ਆਪਣੇ ਜੋ ਵੱਖਰੇ ਤਜਰਬੇ ਨੇ ਖੇਤ ਦੇ ਵਿੱਚ ਉਹ ਕੀਤੇ ਨੇ, ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਮੁਸ਼ਕਲਾਂ ਬਹੁਤ ਨੇ, ਮੁਸ਼ਕਲਾਂ ਆਉਂਦੀਆਂ ਨੇ, ਪਰ ਇਹਦੇ ਨਾਲ ਹੀ ਜਿਹੜਾ ਸਾਨੂੰ ਸਫਲਤਾ ਦਾ ਰਾਹ ਵੀ ਮਿਲਦਾ ਹੈ। ਲੋੜ ਹੈ ਕਿ ਅਸੀਂ ਅਲੱਗ-ਅਲੱਗ ਵਿਭਾਗਾਂ ਦੇ ਨਾਲ ਜੁੜੀਏ, ਬਾਗਬਾਨੀ ਵਿਭਾਗ ਨਾਲ ਜੁੜੀਏ ਔਰ ਮਾਹਿਰਾਂ ਦੀ ਅਹਿਮ ਜਾਣਕਾਰੀ ਲੈ ਕੇ ਬਾਗਬਾਨੀ ਦੇ ਕਿੱਤੇ ਨੂੰ ਸ਼ੁਰੂਆਤ ਦੇ ਵਿੱਚ ਛੋਟੇ ਰਕਬੇ ਤੋਂ ਸ਼ੁਰੂਆਤ ਕਰਕੇ ਇਹਨੂੰ ਵੱਡੇ ਰਕਬੇ ਤੱਕ ਲੈ ਕੇ ਜਾਈਏ ਔਰ ਜਿਹੜਾ ਸੁਚੱਜਾ ਮੰਡੀਕਰਨ ਹੈ ਔਰ ਜਿਹੜੇ ਉਹਦੇ ਪੈਕਿੰਗ ਦੇ ਨੁਕਤੇ ਆ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਆਮਦਨ ਦੇ ਵਿੱਚ ਵਾਧਾ ਕਰੀਏ। ਧੰਨਵਾਦ।